ਚਲੋ ਕੈਨੇਡਾ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਅੱਜ ਫਿਰ ਤੁਹਾਡੇ ਲਈ ਇਮੀਗ੍ਰੇਸ਼ਨ ਸੰਬੰਧੀ ਟਿਪਸ ਲੈ ਕੇ ਹਾਜ਼ਰ ਹੋਏ ਹਾਂ ਅਤੇ ਮੇਰੇ ਨਾਲ ਇੰਡਸ ਕੈਨੇਡਾ ਇਮੀਗ੍ਰੇਸ਼ਨ ਤੋਂ ਹਰਕੀਰਤ ਸਿੰਘ ਜੀ ਵੀ ਸ਼ਾਮਲ ਨੇ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਪਹਿਲਾਂ। ਥੈਂਕ ਯੂ ਗਰੇਵਾਲ ਸਾਹਿਬ। ਜਿਵੇਂ ਕਿ ਹੁਣ ਮਈ ਮਹੀਨਾ ਸ਼ੁਰੂ ਹੋ ਗਿਆ ਅਤੇ ਮਈ ਦੇ ਵਿੱਚ ਕਿਉਂਕਿ ਜਿਹੜਾ ਹੁਣ ਸਤੰਬਰ ਦੀਆਂ ਦਾ ਵੀ ਸਮਾਂ ਨੇੜੇ ਆਉਂਦਾ ਜਾਂਦਾ ਅਤੇ ਨਵੀਆਂ ਕਲਾਸਿਸ ਸ਼ੁਰੂ ਹੋਣੀਆਂ ਨੇ, ਸੋ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਲਈ ਮਈ ਦੇ ਵਿੱਚ ਕੋਈ ਨਵੀਂ ਜਿਹੜੀ ਅਪਡੇਟ ਹੋਈ ਇਮੀਗ੍ਰੇਸ਼ਨ 'ਚ? ਅਗਰ ਪਹਿਲਾਂ ਆਪਾਂ ਇਹ ਗੱਲ ਕਰੀਏ ਕਿ ਜਿਹੜੇ ਸਟੂਡੈਂਟਸ ਐਜ਼ ਸੱਚ ਸਾਰੇ ਸਟੂਡੈਂਟਸ ਜਿਹੜੇ ਕੈਨੇਡਾ ਵਿੱਚ ਬੈਠੇ ਨੇ ਜਾਂ ਜਿਹੜੇ ਇੰਡੀਆ ਵਿੱਚ ਜਾਂ ਜਿਹੜੇ ਵੀ ਵਰਲਡ ਵਿੱਚੋਂ ਜਿੱਥੇ ਵੀ ਕੈਨੇਡਾ ਆਉਣਾ ਚਾਹੁੰਦੇ ਨੇ, ਉਹਨਾਂ ਵਾਸਤੇ ਬਹੁਤਾਂ ਦੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਆਲਰੇਡੀ ਔਰ ਬਹੁਤਾਂ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ। ਠੀਕ ਹੈ। ਸੋ ਸਭ ਤੋਂ ਪਹਿਲਾਂ ਤਾਂ ਕਿ ਜਿਵੇਂ ਹੁਣ ਉਹਨਾਂ ਨੂੰ ਆਈਲੈਟਸ ਦਾ ਸਾਰੇ ਸੈਂਟਰ ਬੰਦ ਹੋ ਚੁੱਕੇ ਨੇ, ਉਹ ਆਈਲੈਟਸ ਨਹੀਂ ਦੇ ਪਾ ਰਹੇ ਹੈਗੇ। ਬਾਇਓਮੈਟ੍ਰਿਕਸ ਦੇ ਵੀ ਸਾਰੇ ਸੈਂਟਰ ਬੰਦ ਹੋ ਚੁੱਕੇ ਨੇ, ਸੋ ਬਾਇਓਮੈਟ੍ਰਿਕ ਵੀ ਨਹੀਂ ਹੋ ਰਹੇ ਹੈਗੇ। ਸੋ ਆਟੋਮੈਟਿਕਲੀ ਬਾਇਓਮੈਟ੍ਰਿਕ ਦਾ ਆਪਾਂ ਨੂੰ ਪਤਾ ਹੀ ਹੈ ਕਿ 90 ਡੇਜ਼ ਸਭ ਨੂੰ ਦੇ ਦਿੱਤੇ ਗਏ ਨੇ ਕਿ ਜਦ ਵੀ ਤੁਸੀਂ ਬਾਇਓਮੈਟ੍ਰਿਕ ਕਰਵਾਉਣਾ ਤਾਂ 90 ਡੇਜ਼ ਤੁਹਾਡੇ ਕੋਲ ਟਾਈਮ ਹੈ। ਰਹੀ ਗੱਲ IELTS ਦੀ, IELTS ਦੇ ਵਿੱਚ ਇਹ ਹੈ ਕਿ ਜਿਹੜੇ ਕਾਲਜਸ ਨੇ ਉਹ ਤੁਹਾਨੂੰ ਪ੍ਰੀ ਜਿਹੜਾ ਤੁਹਾਡਾ ਐਡਮਿਸ਼ਨ ਹੈ ਉਹ ਕਰਾ ਦਿੰਦੇ ਨੇ। ਠੀਕ ਹੈ। ਔਰ ਤੁਹਾਨੂੰ ਇੱਕ ਪ੍ਰੀ ਅਪਰੂਵਲ ਲੈਟਰ ਦੇ ਦਿੰਦੇ ਨੇ ਤੁਹਾਡੇ ਐਡਮਿਸ਼ਨ ਬਾਰੇ। ਲੇਕਿਨ ਉਸ ਤੋਂ ਬਾਅਦ ਜਦ ਤੁਹਾਡਾ ਆਈਲੈਟਸ ਤੁਸੀਂ ਦਿਓਗੇ ਤੁਹਾਨੂੰ ਕਨਫਰਮਡ ਜਿਹੜਾ ਹੈ ਐਡਮਿਸ਼ਨ ਲੈਟਰ ਉਹ ਮਿਲ ਜਾਂਦਾ ਹੈਗਾ। ਠੀਕ ਹੈ। ਸੋ ਆਫਰ ਲੈਟਰ ਪਹਿਲਾਂ, ਪ੍ਰੀ ਆਫਰ ਲੈਟਰ, ਉਸ ਤੋਂ ਬਾਅਦ ਫਿਰ ਕਨਫਰਮਡ ਆਫਰ ਲੈਟਰ। ਬਟ ਤੁਸੀਂ ਰਾਈਟ ਨਾਓ ਜਿੰਨੇ ਵੀ ਸਟੂਡੈਂਟਸ ਉੱਥੇ ਜਿਹੜੇ ਹੁਣ ਅਪਲਾਈ ਸਤੰਬਰ ਵਾਸਤੇ ਕਰਨਾ ਚਾਹੁੰਦੇ ਨੇ ਜਾਂ ਜਿਨ੍ਹਾਂ ਨੇ ਆਲਰੇਡੀ ਤਿਆਰੀ ਵਿੱਚ ਨੇ ਸਾਰਾ ਕੁਝ, ਉਹਨਾਂ ਨੂੰ ਚਾਹੀਦਾ ਕਿ ਆਪਣਾ ਪ੍ਰੀ ਅਪਰੂਵਲ ਲੈਟਰ ਲੈ ਕੇ ਰੱਖਣ ਔਰ ਜੋ ਹੀ ਨੈਕਸਟ ਮੰਥ ਮੋਸਟ ਪ੍ਰੋਬਬਲੀ ਜਿਹੜੇ ਖੁੱਲ੍ਹਦਾ ਹੈ ਔਰ ਆਈਲੈਟਸ ਆਪਣਾ ਦੇ ਕੇ ਅਤੇ ਉਹ ਲੈਟਰ ਨੂੰ ਕਨਫਰਮ ਕਰਵਾ ਲੈਣ, ਆਫਰ ਲੈਟਰ ਨੂੰ ਆਪਣੇ ਨੂੰ। ਠੀਕ ਹੈ। ਔਰ ਜਿਨ੍ਹਾਂ ਦਾ ਆਲਰੇਡੀ ਵੀਜ਼ਾ ਲੱਗ ਚੁੱਕਿਆ ਹੈ ਔਰ ਮੇ ਸੈਸ਼ਨ ਵਾਸਤੇ ਖਾਸ ਕਰਕੇ, ਔਰ ਉਹ ਹੁਣ ਆਲਰੇਡੀ ਆਨਲਾਈਨ ਸਟੱਡੀਜ਼ ਕਾਲਜਸ ਨੇ ਕਹਿ ਦਿੱਤਾ ਹੈ ਨਾ, ਸ਼ੁਰੂ ਹੋ ਗਈਆਂ ਕਿ ਤੁਸੀਂ ਕਰ ਸਕਦੇ ਹੋ। ਹੁਣ ਉਹਨਾਂ ਕੋਲ ਦੋ ਆਪਸ਼ਨਸ ਨੇ, ਜਾਂ ਤਾਂ ਡੈਫਰ ਕਰਵਾ ਕੇ ਆਪਣਾ ਸੈਪਟੈਂਬਰ ਵਿੱਚ ਲੈ ਲੈਣ ਜਾਂ ਉਹ ਆਪਣਾ ਹੁਣੇ ਆਨਲਾਈਨ ਕਲਾਸਿਸ ਸ਼ੁਰੂ ਕਰ ਦੇਣ। ਠੀਕ ਹੈ। ਲੇਕਿਨ ਆਪਾਂ ਨੂੰ ਇਹ ਦੇਖਣਾ ਬਹੁਤ ਇੰਪੋਰਟੈਂਟ ਹੈ ਕਿ ਕੀ ਉਹਨਾਂ ਨੂੰ ਡੈਫਰ ਕਰਾਉਣਾ ਜ਼ਿਆਦਾ ਬਿਹਤਰ ਹੈ ਜਾਂ ਉਹਨਾਂ ਨੂੰ ਸਤੰਬਰ ਦੇ ਮਤਲਬ ਕਿ ਮੇ ਵਿੱਚ ਉਹਨੇ ਕਲਾਸਿਸ ਜਿਹੜੀਆਂ ਆਨਲਾਈਨ ਨੇ ਉਹ ਸ਼ੁਰੂ ਕਰ ਲੈਣੀਆਂ ਚਾਹੀਦੀਆਂ ਨੇ। ਸੋ ਜਿੱਦਾਂ ਮੈਂ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਕਿ ਜੇ ਉਹ ਆਨਲਾਈਨ ਆਪਣੀ ਕਲਾਸਿਸ ਲੈਣੀਆਂ ਸ਼ੁਰੂ ਕਰ ਦਿੰਦੇ ਨੇ, ਠੀਕ ਹੈ, ਉਹਨਾਂ ਦੇ ਜਿਹੜਾ ਪੋਸਟ ਗ੍ਰੈਜੂਏਟ ਉਹਨੂੰ ਵਰਕ ਪਰਮਿਟ ਮਿਲੇਗਾ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਉਹ ਆਪਣਾ ਸਮੈਸਟਰ ਉੱਥੇ ਲੈ ਕੇ ਇਹ ਵਾਲਾ ਸਮੈਸਟਰ ਪੂਰਾ ਕਰ ਸਕਦੇ ਨੇ। ਜਦ ਉਹ ਖੁੱਲ੍ਹੇਗਾ ਤਾਂ ਨੈਕਸਟ ਸਮੈਸਟਰ ਵਿੱਚ ਇੱਥੇ ਆ ਸਕਦੇ ਨੇ। ਠੀਕ ਹੈ। ਲੇਕਿਨ ਉਹਦੇ ਵਿੱਚ ਉਹਨਾਂ ਦੀ ਜਿਹੜੀ ਸਟੱਡੀ ਹੈ ਉਹ ਕੈਨੇਡਾ ਤੋਂ ਬਾਹਰ ਉਹ 50% ਤੋਂ ਘੱਟ ਹੋਣੀ ਚਾਹੀਦੀ ਹੈ। ਠੀਕ ਹੈ। ਔਰ ਦੂਸਰਾ ਗੱਲ ਇਹ ਹੈ ਕਿ ਉਹ ਜਿੰਨਾ ਉਹਨਾਂ ਨੇ ਆਨਲਾਈਨ ਸਟੱਡੀ ਕੀਤੀ ਹੈ ਔਰ ਜਿੰਨਾ ਉਹਨਾਂ ਨੇ ਕੈਨੇਡਾ ਦੇ ਵਿੱਚ ਸਟੱਡੀ ਕੀਤੀ ਹੈ, ਜਿੰਨਾ ਉਹ ਕੈਨੇਡਾ ਦੇ ਵਿੱਚ ਆ ਕੇ ਸਟੱਡੀ ਕਰਨਗੇ ਉਹਨਾਂ ਨੂੰ ਵਰਕ ਪਰਮਿਟ ਸਿਰਫ ਓਨਾ ਹੀ ਮਿਲੇਗਾ। ਠੀਕ ਹੈ। ਸੋ ਜੇ ਉਹਨਾਂ ਨੇ 1.5 ਸਾਲ ਉਹਨੇ ਇੱਕ ਸਮੈਸਟਰ ਇੱਥੇ ਲਾ ਲਿਆ ਤਾਂ ਬਾਕੀ ਜਿਹੜੇ 3 ਸਮੈਸਟਰ ਉਹ ਕੈਨੇਡਾ ਵਿੱਚ ਆ ਕੇ ਲਾਉਣਗੇ ਤਾਂ ਉਹਨਾਂ ਨੂੰ ਜਿਹੜੀ ਸਟੱਡੀ ਜਿਹੜਾ ਉਹਨਾਂ ਦਾ ਵਰਕ ਪਰਮਿਟ ਹੈ ਉਹ ਉਹਨਾਂ ਨੂੰ 1.5 ਸਾਲ ਦਾ ਮਿਲੇਗਾ। ਠੀਕ ਹੈ। ਅੱਛਾ, ਜਿਵੇਂ ਕਿ ਹੁਣ ਮਈ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਅਤੇ ਮਈ ਸ਼ੁਰੂ ਹੋ ਗਿਆ ਹੁਣ, ਅਤੇ ਕਾਲਜਸ ਦਾ ਕੀ ਰਿਐਕਸ਼ਨ ਹੈ? ਕਿਉਂਕਿ ਹੁਣ ਬਹੁਤੇ ਜਿਹੜੇ ਬੱਚੇ ਇੱਥੇ ਆ ਨਹੀਂ ਰਹੇ ਅਤੇ ਉਹਨਾਂ ਨੇ ਆਨਲਾਈਨ ਪੜ੍ਹਨਾ, ਅਤੇ ਜਿਹੜੀ ਫੀਸ ਹੈ ਉਹਨਾਂ ਦੀ, ਜਿਵੇਂ ਹੁਣ ਕਾਲਜ ਨੇ ਜਿੰਨੀ ਵੀ ਫੀਸ ਲੈਣੀ ਸੀ ਇੰਟਰਨੈਸ਼ਨਲ ਸਟੂਡੈਂਟਸ ਤੋਂ, ਕੀ ਉਹ ਸਾਰਾ ਉਸੇ ਤਰ੍ਹਾਂ ਹੀ ਹੈ ਕਿ ਉਹਦੇ ਸਿਨੈਰੀਓ 'ਚ ਵੀ ਕੋਈ ਚੇਂਜਸ ਆਈਆਂ ਨੇ? ਦੇਖੋ ਗਰੇਵਾਲ ਸਾਹਿਬ, ਹੁਣ ਇਹ ਵੀ ਬੜੀ ਇੱਕ ਇੰਪੋਰਟੈਂਟ ਗੱਲ ਹੈਗੀ, ਖਾਸ ਕਰਕੇ ਉਹ ਸਟੂਡੈਂਟਸ ਜਿਹੜੇ ਸਟੂਡੈਂਟਸ ਨੇ ਆਲਰੇਡੀ ਐਡਮਿਸ਼ਨ ਲੈ ਲਿਆ ਲੇਕਿਨ ਉਹਨਾਂ ਨੇ ਫੀਸ ਵੀ ਸਾਰੀ ਭਰ ਦਿੱਤੀ ਹੈ, ਸਾਰਾ ਕੁਝ ਹੋ ਗਿਆ। ਹੁਣ ਉਹਨਾਂ ਨੂੰ ਕਾਲਜ ਕਹਿੰਦਾ ਕਿ ਤੁਸੀਂ ਆਨਲਾਈਨ ਕਲਾਸਿਸ ਸ਼ੁਰੂ ਕਰ ਦਿਓ। ਜੇ ਉਹ ਆਨਲਾਈਨ ਕਲਾਸਿਸ ਸ਼ੁਰੂ ਕਰ ਦੇਣਗੇ ਤਾਂ ਟੈਕਨੀਕਲੀ ਉਹ ਐਨਰੋਲਡ ਨੇ ਕਾਲਜ ਦੇ ਵਿੱਚ, ਉਹਨਾਂ ਦਾ ਐਡਮਿਸ਼ਨ ਹੋ ਚੁੱਕਾ ਉਹਨਾਂ ਦਾ। ਹੁਣ ਕਾਲਜ ਉਹ ਜਿੱਥੇ ਮਰਜ਼ੀ ਬੈਠ ਕੇ ਪੜ੍ਹ ਰਹੇ ਨੇ, ਆਨਲਾਈਨ ਸਟੱਡੀ ਹੈ ਉਹਨਾਂ ਦੀ ਤਾਂ। ਲੇਕਿਨ ਜਦ ਇੱਕ ਵਾਰ ਉਹਨਾਂ ਨੇ ਐਨਰੋਲਮੈਂਟ ਲੈ ਲਈ, ਕਲਾਸਾਂ ਸ਼ੁਰੂ ਕਰ ਦਿੱਤੀਆਂ ਹੈਗੀਆਂ, ਕਾਲਜ ਨੇ ਉਹਨਾਂ ਨੂੰ ਇਨਪੁਟ ਦੇਣੀ ਸ਼ੁਰੂ ਕਰ ਦਿੱਤੀ ਹੈ, ਕਾਲਜ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕੱਲ੍ਹ ਨੂੰ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਹੈਗਾ ਤਾਂ ਕਾਲਜ ਉਹਨਾਂ ਦੀ ਫੀਸ ਵਾਪਸ ਨਹੀਂ ਕਰੇਗਾ। ਅੱਛਾ ਜੀ। ਆਫਕੋਰਸ ਕਾਲਜ ਨੂੰ ਮਤਲਬ ਬੜੀ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਜੇ ਤੁਹਾਡੇ ਕੋਲ ਆਲਰੇਡੀ ਐਡਮਿਸ਼ਨ ਲੈ ਲਿਆ ਮੇਰੇ ਵਿੱਚ ਔਰ ਤੁਹਾਨੂੰ ਕਾਲਜ ਨੇ ਤੁਹਾਨੂੰ ਇੱਕ ਤੁਹਾਡਾ ਅਕਾਊਂਟ ਕ੍ਰੀਏਟ ਕਰ ਦਿੱਤਾ, ਤੁਹਾਨੂੰ ਕਿਹਾ ਕਿ ਤੁਸੀਂ ਕਲਾਸਿਸ ਸ਼ੁਰੂ ਕਰ ਦਿਓ, ਕਿਉਂਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਉਹਨਾਂ ਨੇ ਤਾਂ ਆਪਣੀ ਫੀਸ ਲਈ ਹੈ ਔਰ ਤੁਹਾਨੂੰ ਪੜ੍ਹਾਉਣਾ ਹੈਗਾ। ਹੁਣ ਇਹ ਤੁਸੀਂ ਇੱਥੇ ਬੈਠ ਕੇ ਪੜ੍ਹ ਰਹੇ ਹੋ ਜਾਂ ਤੁਸੀਂ ਉੱਥੇ ਬੈਠ ਕੇ ਪੜ੍ਹ ਰਹੇ ਹੋ ਇੰਡੀਆ ਜਾਂ ਜਿੱਥੇ ਵੀ ਆਊਟ ਆਫ ਕੈਨੇਡਾ,
ਸੋ ਉਹਦੇ ਵਿੱਚ ਇਹ ਹੋਊਗਾ ਕਿ ਜੇ ਤੁਸੀਂ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ, ਤੁਹਾਡੀਆਂ ਅਸਾਈਨਮੈਂਟ ਸਭ ਕੁਝ ਹੋਣ ਲੱਗ ਗਿਆ, ਤਾਂ ਕਾਲਜ ਵੱਲੋਂ ਤੁਸੀਂ ਮਤਲਬ ਤੁਹਾਡੀ ਜਿਹੜੀ ਕੰਟੀਨਿਊ ਸਟੱਡੀ ਸਟੱਡੀ ਸ਼ੁਰੂ ਹੋ ਹੋ ਗਈ ਗਈ ਹੈ। ਇੱਕ ਡੈਜ਼ਿਗਨੇਟਿਡ ਸਟੂਡੈਂਟ ਹੋ ਹਾਂਜੀ। ਤੁਸੀਂ। ਤਾਂ ਜੇ ਕੱਲ੍ਹ ਨੂੰ ਤੁਸੀਂ ਕਹੋਗੇ ਨਹੀਂ ਹੁਣ ਮੇਰਾ ਵੀਜ਼ਾ ਨਹੀਂ ਲੱਗਿਆ ਹੈਗਾ ਤੇ ਹੁਣ ਮੈਨੂੰ ਫੀਸ, ਨੋ, ਲਾਈਕ ਉਹ ਕਾਲਜ ਨੇ ਤੁਹਾਨੂੰ ਫੀਸ ਵਾਪਸ ਨਹੀਂ ਕਰਨੀ ਹੈਗੀ ਹੈ। ਠੀਕ ਹੈ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਇਸ ਟਾਈਮ ਤੁਸੀਂ ਸੋਚਣਾ ਹੈ ਕਿ ਮੈਂ ਆਪਣਾ ਜਿਹੜਾ ਕੋਰਸ ਹੈ ਉਹ ਡੈਫਰ ਕਰਵਾ ਕੇ, ਫੀਸ ਡੈਫਰ ਕਰਵਾ ਕੇ ਸੈਪਟੈਂਬਰ ਵਿੱਚ ਲਵਾਂ, ਤਾਂ ਕਿ ਸੈਪਟੈਂਬਰ 'ਚ ਉਦੋਂ ਪਹਿਲਾਂ ਮੇਰਾ ਵੀਜ਼ਾ ਲੱਗਿਆ ਔਰ ਮੈਂ ਉਸ ਟਾਈਮ ਕਲਾਸਿਸ ਸ਼ੁਰੂ ਕਰਾਂ। ਲੇਕਿਨ ਉਸ ਤੋਂ ਇੱਕ ਬਹੁਤ ਹੋਰ ਇੰਪੋਰਟੈਂਟ ਨਾਲ ਇਹ ਗੱਲ ਇਹ ਹੈ ਕਿ ਜੋ ਆਲਰੇਡੀ ਸੈਪਟੈਂਬਰ ਵਿੱਚ ਸਟੂਡੈਂਟਸ ਆਲਰੇਡੀ ਐਡਮਿਸ਼ਨ ਲੈ ਚੁੱਕੇ ਨੇ, ਹੁਣ ਉਹ ਸੈਪਟੈਂਬਰ ਸੈਸ਼ਨ ਫੁੱਲ ਹੋ ਚੁੱਕਿਆ ਹੈ। ਠੀਕ ਹੈ। ਔਰ ਹੁਣ ਕਾਲਜ ਨੂੰ ਇਹ ਚੀਜ਼ ਕਨਫਰਮ ਕਰਨ ਦੀ ਬਹੁਤ ਇੰਪੋਰਟੈਂਟ ਹੈ ਕਿ ਉਹ ਆਪਣਾ ਸੈਸ਼ਨ ਨੂੰ ਕੰਪਲੀਟ ਕਿੱਦਾਂ ਕਰਦੇ ਨੇ, ਠੀਕ ਹੈ। ਕਿਉਂਕਿ ਜੇ ਆਲਰੇਡੀ ਸੈਪਟੈਂਬਰ ਸੈਸ਼ਨ ਫੁੱਲ ਹੈ ਤਾਂ ਉਹ ਡੈਫਰ ਕਿਵੇਂ ਕਰਨਗੇ। ਸੋ ਇਹ ਇੱਕ ਸਟੂਡੈਂਟਸ ਵਾਸਤੇ ਬਹੁਤ ਮੈਂ ਇੱਕ ਸਲਾਹ ਦੇਣਾ ਚਾਹੁੰਦਾ ਕਿ ਉਹ ਆਪਣੀ ਸੀਟ ਕਨਫਰਮ ਕਰ ਲੈਣ, ਕਿ ਇਹ ਨਾ ਹੋਵੇ ਕਿ ਉਹ ਆਲਰੇਡੀ ਉਹਨਾਂ ਕਾਲਜ ਕਹੇ ਕਿ ਸਾਡਾ ਤਾਂ ਸੈਪਟੈਂਬਰ ਸੈਸ਼ਨ ਫੁੱਲ ਹੈ, ਹਾਂਜੀ, ਔਰ ਤੁਸੀਂ ਤੁਹਾਡਾ ਜਿਹੜੀ ਇਸ ਸੀਟ ਅਸੀਂ ਸੈਪਟੈਂਬਰ 'ਚ ਡੈਫਰ ਕਿਵੇਂ ਕਰ ਸਕਦੇ ਹਾਂ, ਬਿਕੋਜ਼ ਆਲਰੇਡੀ ਉਹ ਸੈਸ਼ਨ ਫੁੱਲ ਹੈ। ਫੁੱਲ ਹੋ ਗਿਆ। ਠੀਕ ਹੈ। ਹੁਣ ਉਹ ਸੈਸ਼ਨ ਉਹਨੂੰ ਕਹਿਣਗੇ ਨਹੀਂ ਜੀ ਹੁਣ ਤੁਸੀਂ ਜਨਵਰੀ ਵਿੱਚ ਚਲੇ ਜਾਓ। ਨਾਓ ਦਿਸ ਇਜ਼ ਵੈਰੀ ਇੰਪੋਰਟੈਂਟ ਡਿਸੀਜਨ ਟੂ ਬੀ ਮੇਡ ਕਿ ਤੁਸੀਂ ਉਹ ਸੈਪਟੈਂਬਰ ਸੈਸ਼ਨ ਫੁੱਲ ਕਰਵਾ ਕੇ ਲੇਕਿਨ ਕਾਲਜ ਵਾਸਤੇ ਬੈਠੇ ਨਹੀਂ ਹੋ। ਹਾਂਜੀ। ਠੀਕ ਹੈ। ਸਟੂਡੈਂਟ ਨੂੰ ਕਨਫਰਮੇਸ਼ਨ ਜਦ ਉਹਨਾਂ ਨੇ ਵੀਜ਼ਾ ਅਪਲਾਈ ਕਰਨਾ, ਉਹਨਾਂ ਨੂੰ ਇਹ ਕਨਫਰਮੇਸ਼ਨ ਲੈਣੀ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲ ਕਨਫਰਮਡ ਸੀਟ ਹੈ। ਅੱਛਾ, ਇਹਦੇ ਵਿੱਚ ਮੈਂ ਇੱਕ ਹੋਰ ਗੱਲ ਤੁਹਾਡੇ ਨੂੰ ਪੁੱਛਣੀ ਚਾਹੁੰਦਾ ਵੀ ਜਿਵੇਂ ਹੁਣ ਤੁਸੀਂ ਕਿਹਾ ਵੀ ਆਪਣੇ ਸਟੂਡੈਂਟ ਆਪਣੇ ਡੈਫਰ ਵੀ ਕਰ ਸਕਦੇ ਨੇ, ਸੋ ਕਿਉਂਕਿ ਹਰੇਕ ਯੂਨੀਵਰਸਿਟੀ ਜਾਂ ਕਾਲਜਸ ਦੇ ਸਰਟਨ ਨੰਬਰਸ ਨੇ, ਕੋਟੇ ਨੇ ਵੀ ਇਸ ਸਮੈਸਟਰ 'ਚ ਅਸੀਂ ਇੰਨੇ ਸਟੂਡੈਂਟ ਲੈਣੇ ਆ, ਇਸ ਸਾਲ 'ਚ ਇੰਨੇ ਲੈਣੇ ਆ। ਸੋ ਇਹ ਕਾਲਜਸ ਕਿੱਦਾਂ ਫਿਰ ਇਸ ਨੂੰ ਕਰਨਗੇ, ਕਿਉਂਕਿ ਹੁਣ ਵੈਸੇ ਹੀ ਬੈਕਲੌਗ ਸ਼ੁਰੂ ਹੋ ਜਾਣਾ, ਕਿਉਂਕਿ ਜਿਹੜੇ ਸਟੂਡੈਂਟ ਆ ਜਿਹਨਾਂ ਨੂੰ ਮਿਲਿਆ ਵੀਜ਼ਾ ਆ ਨਹੀਂ ਰਹੇ, ਸੋ ਜਿਹੜਾ ਕਾਲਜਸ ਕਿਸ ਤਰ੍ਹਾਂ ਲੈਣਗੇ? ਬਿਲਕੁਲ ਮੈਂ ਉਹੀ ਤੁਹਾਨੂੰ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹਾਂ ਕਿ ਕਾਲਜ ਨੇ ਆਪਣਾ ਜਿਹੜਾ ਹੈ ਕੰਮ ਉਹ ਪੂਰਾ ਕਰ ਦੇਣਾ। ਉਹਨਾਂ ਨੇ ਕਹਿਣਾ ਜੀ ਇਸ ਤਰ੍ਹਾਂ ਸੈਪਟੈਂਬਰ ਸੈਸ਼ਨ ਤੁਹਾਨੂੰ ਫੀਸ, ਤੁਸੀਂ ਸਾਨੂੰ ਕਿਹਾ, ਅਸੀਂ ਐਡਮਿਸ਼ਨ ਦੇ ਦਿੱਤੀ, ਹਾਂਜੀ, ਕਲਾਸਿਸ ਵੀ ਸ਼ੁਰੂ ਕਰ ਦਿੱਤੀਆਂ ਹੈਗੀਆਂ, ਹੁਣ ਅੱਜ ਤੁਸੀਂ ਮੈਨੂੰ ਕਹਿ ਰਹੇ ਹੋ ਡੈਫਰ ਕਰ ਦਿਓ। ਉਹਨਾਂ ਨੇ ਸੈਪਟੈਂਬਰ ਸੈਸ਼ਨ ਵਾਸਤੇ ਵੀ ਆਲਰੇਡੀ ਐਡਮਿਸ਼ਨ ਸ਼ੁਰੂ ਕੀਤੀਆਂ ਹੋਈਆਂ ਹੈ। ਹਾਂਜੀ। ਹੁਣ ਉਹ ਦੋ ਸੈਸ਼ਨ ਇਕੱਠੇ ਹੋ ਜਾਣਗੇ, ਓਵਰਲੈਪ ਕਰਨਗੇ, ਤਾਂ ਡੈਫੀਨਿਟਲੀ ਉਹਨਾਂ ਨੂੰ ਵੀ ਇਹ ਦੇਖਣਾ ਪੈਣਾ ਕਿ ਅਸੀਂ ਜੋ ਡੈਜ਼ਿਗਨੇਟਿਡ ਸਾਡੇ ਕੋਲ ਸੀਟਾਂ ਹੈਗੀਆਂ ਨੇ ਅਸੀਂ ਉਹਦੇ ਆਧਾਰ ਨਾਲ ਹੀ ਚੱਲੀਏ, ਜੋ ਨੋਰਮਸ ਨੇ, ਜੋ ਰੈਗੂਲੇਸ਼ਨਸ ਨੇ ਅਸੀਂ ਉਹਦੇ ਹਿਸਾਬ ਨਾਲ ਹੀ ਚੱਲੀਏ। ਹਾਂਜੀ। ਸੋ ਸਟੂਡੈਂਟ ਵਾਸਤੇ ਇਹ ਚੀਜ਼ ਡਿਸਾਈਡ ਕਰਨਾ ਬੜਾ ਮੁਸ਼ਕਲ ਹੋ ਜਾਣਾ ਕਿ ਹੁਣ ਜੇ ਅਸੀਂ ਡੈਫਰ ਕਰਦੇ ਹਾਂ ਕਿ ਸਾਨੂੰ ਉਹ ਸੀਟ ਮਿਲੇਗੀ ਕਿ ਨਹੀਂ ਮਿਲੇਗੀ। ਸੋ ਇਟ ਹੈਜ਼ ਟੂ ਬੀ ਕਨਫਰਮਡ ਬਿਫੋਰ ਯੂ ਅਪਲਾਈ ਫॉर ਸਟੱਡੀ ਪਰਮਿਟ। ਮਤਲਬ ਜੋ ਸਟੂਡੈਂਟਸ ਤੇ ਬੜਾ ਇਹ ਲੱਗਦਾ ਵੀ ਸਟੂਡੈਂਟਸ ਨੂੰ ਇਹਦੇ ਤੇ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਵੀ ਕੀ ਤੁਸੀਂ ਆਪਣੀ ਜਿਹੜੀ ਸਟੱਡੀ ਡੈਫਰਡ ਕਰਨੀ ਹੈ ਜਾਂ ਤੁਸੀਂ ਹੁਣ ਮਈ, ਕਿਉਂਕਿ ਸੈਸ਼ਨ ਸ਼ੁਰੂ ਹੋ ਜਾਣਾ, ਤੁਸੀਂ ਮਈ 'ਚ ਸ਼ੁਰੂ ਕਰਨੀ ਹੈ। ਬਿਲਕੁਲ ਜੀ, ਬਿਲਕੁਲ। ਔਰ ਦੂਸਰੀ ਗੱਲ ਹੈ ਵੀ ਇਸ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜੋ ਕਾਲਜਸ ਨੇ ਉਹਨਾਂ ਵਾਸਤੇ ਵੀ ਬੜਾ ਅਸਰ ਪਏਗਾ, ਕਿਉਂਕਿ ਜਿਹੜੇ ਕਾਲਜਸ ਨੇ ਉਹ ਦੇ ਕਾਂਟ ਸਰਵਾਈਵ ਜੇ ਕਿ ਇੱਕ ਸੈਸ਼ਨ ਉਹ ਫ੍ਰੀ ਲੋਕਾਂ ਨੂੰ ਫੀਸ ਨਹੀਂ ਚਾਰਜ ਕਰਦੇ ਹੈਗੇ ਔਰ ਉਹ ਸੈਸ਼ਨ ਉਹ ਖਾਲੀ ਰਹਿ ਸਕਦਾ। ਉਹ ਆਪਣਾ ਕਦੇ ਵੀ ਕੋਸ਼ਿਸ਼ ਕਰਨਗੇ ਕਿ ਸਾਡਾ ਸੈਪਟੈਂਬਰ ਸੈਸ਼ਨ ਵੀ ਫੁੱਲ ਜਾਵੇ ਔਰ ਸਾਡਾ ਆਉਣ ਵਾਲਾ ਜਨਵਰੀ ਸੈਸ਼ਨ ਵੀ ਫੁੱਲ ਜਾਵੇ। ਸੋ ਉਹਦੇ ਵਿੱਚ ਉਹਨਾਂ ਨੂੰ ਇਹ ਚੀਜ਼ ਬਹੁਤ ਟੈਕਨੀਕਲੀ ਇਹ ਦੇਖਣਾ ਪੈਣਾ ਹੈਗਾ ਕਿ ਅਸੀਂ ਆਪਣਾ ਨੁਕਸਾਨ ਵੀ ਨਾ ਹੋਣ ਦਈਏ ਔਰ ਅਸੀਂ ਸਟੂਡੈਂਟਸ ਨੂੰ ਵੀ ਆਪਣੇ ਨਾਲ ਜੋੜ ਕੇ ਰੱਖੀਏ, ਕਿਉਂਕਿ ਸਟੂਡੈਂਟਸ ਨੇ ਜੇ ਤੁਹਾਨੂੰ ਉਸ ਕਾਲਜ ਐਡਮਿਸ਼ਨ ਨਹੀਂ ਮਿਲੇਗੀ ਕਿਸੇ ਹੋਰ ਕਾਲਜ ਟਰਾਈ ਕਰਨਗੇ। ਬਿਲਕੁਲ। ਸੋ ਇਹ ਉਹਨਾਂ ਵਾਸਤੇ ਵੀ ਬੜਾ ਔਖੀ ਘੜੀ ਹੈ ਔਰ ਈਵਨ ਡੈਫੀਨਿਟਲੀ ਰੈਵਨਿਊ ਆ ਰਿਹਾ ਹੈਗਾ ਇਸ ਚੀਜ਼ ਨੂੰ। ਸੋ ਜੇ ਕਾਲਜ ਨੂੰ ਰੈਵਨਿਊ ਨਹੀਂ ਆ ਰਿਹਾ ਤਾਂ ਗਵਰਨਮੈਂਟ ਨੂੰ ਵੀ ਉਸ ਚੀਜ਼ 'ਤੇ ਅਸਰ ਪਏਗਾ, ਗਵਰਨਮੈਂਟ ਵੀ ਉਸ ਚੀਜ਼ ਨੂੰ ਲੂਜ਼ ਨਹੀਂ ਕਰਨਾ ਚਾਹੇਗਾ। ਔਰ ਇਸ ਕਰਕੇ ਇਹ ਬੜਾ ਇੰਪੋਰਟੈਂਟ ਹੈ ਕਿ ਇਹ ਉਹ ਸਟੂਡੈਂਟ ਵਾਸਤੇ ਜਿਹੜੇ ਕਿ ਆਊਟ ਆਫ ਕੈਨੇਡਾ ਨੇ, ਲੇਕਿਨ ਜਿਹੜੇ ਕਿ ਵਿਦਿਨ ਕੈਨੇਡਾ ਸਟੂਡੈਂਟਸ ਬੈਠੇ ਨੇ, ਜਿਹੜੇ ਕਿ ਹੁਣ ਵਰਕ ਪਰਮਿਟ ਅਪਲਾਈ ਕਰ ਰਹੇ ਨੇ ਜਾਂ ਜਿਹੜੇ ਵਰਕ ਪਰਮਿਟ ਦੇ ਹੈ ਨੇ, ਉਹਨਾਂ ਵਾਸਤੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਉਹ ਵੀ ਇੱਕ ਗੱਲ ਨੂੰ ਜ਼ਰੂਰ ਧਿਆਨ ਰੱਖਣ ਕਿ ਜਿਹੜਾ ਅੱਜ ਦਾ ਜੋ ਟਾਈਮ ਹੈ, ਜੋ ਅੱਜ ਉਹ ਇਹ ਦਿਨ ਵੇਸਟ ਹੋ ਰਹੇ ਨੇ, ਇਹ ਉਹਨਾਂ ਦੇ ਪੀਜੀ ਵਰਕ ਪਰਮਿਟ ਨੂੰ ਅੱਗੇ ਕਰਨ ਵਿੱਚ ਕੋਈ ਇਹਦੇ ਵਿੱਚ ਉਹਨਾਂ ਨੂੰ ਗਵਰਨਮੈਂਟ ਉਹਨੂੰ ਮਦਦ ਨਹੀਂ ਕਰ ਰਹੀ ਹੈ। ਸੋ ਉਹ ਧਿਆਨ ਰੱਖਣਾ ਕਿ ਜੇ ਉਹਨਾਂ ਦਾ ਐਮਪਲੋਇਰ ਹੈ, ਉਹ ਜੇ ਉਹਨਾਂ ਦਾ ਵਰਕ ਪਰਮਿਟ ਅੱਗੇ ਵਧਾਉਣਾ ਹੈ ਤਾਂ ਉਹ LMI ਦੇ ਨਾਲ ਹੀ ਵਧਾਉਣਾ ਪਏਗਾ ਉਹਨਾਂ ਨੂੰ, ਅਦਰਵਾਈਜ਼ ਉਹਨਾਂ ਨੂੰ ਕੋਈ ਹੋਰ ਆਪਸ਼ਨ ਉਹਨਾਂ ਕੋਲ ਨਹੀਂ ਹੈ। ਵੈਲਿਡ LMI ਚਾਹੀਦੀ ਹੈ, ਵੈਲਿਡ LMI ਉਸ ਟਾਈਮ ਚਾਹੀਦੇ ਜੇ ਉਹਨਾਂ ਨੇ ਅੱਗੇ ਆਪਣਾ ਵਰਕ ਪਰਮਿਟ ਜਾਂ ਐਕਸਪੀਰੀਅੰਸ ਵਧਾਉਣਾ ਹੈ ਔਰ ਆਪਣਾ ਪੀਜੀ ਵਰਕ ਵੀ ਅੱਗੇ ਵਧਾਉਣਾ ਹੈ। ਅੱਛਾ ਹਰਕੀਰਤ ਜੀ, ਕਿਉਂਕਿ ਕੋਵਿਡ ਕਰਕੇ ਹੁਣ ਜਿਹੜਾ ਹਰ ਚੀਜ਼ ਦੇ ਵਿੱਚ ਕਾਫੀ ਜਿਹੜੀ ਮੁਸ਼ਕਲਾਂ ਆਈਆਂ ਨੇ ਤੇ ਇਮੀਗ੍ਰੇਸ਼ਨ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਥੋੜ੍ਹੀ ਖੜੋਤ ਆ ਚੁੱਕੀ ਹੈ, ਤੁਸੀਂ ਕੀ ਸਮਝਦੇ ਹੋ ਵੀ ਇੰਟਰਨੈਸ਼ਨਲ ਸਟੂਡੈਂਟਸ ਦਾ ਕੈਨੇਡਾ ਵਿੱਚ ਕਿਸ ਤਰ੍ਹਾਂ ਦਾ ਭਵਿੱਖ ਹੈ ਜਦੋਂ ਇਹ ਕੋਵਿਡ ਤੋਂ ਬਾਅਦ ਨੋਰਮਲ ਹੋਣੀ ਲਾਈਫ?
ਨਹੀਂ ਜੀ, ਇੰਟਰਨੈਸ਼ਨਲ ਸਟੂਡੈਂਟ ਦਾ ਜੋ ਭਵਿੱਖ ਹੈ ਉਹ ਹਮੇਸ਼ਾ ਹੀ ਬ੍ਰਾਈਟ ਰਿਹਾ ਹੈ। ਠੀਕ ਹੈ। ਔਰ ਕੈਨੇਡਾ ਇਜ਼ ਦਾ ਓਨਲੀ ਕੰਟਰੀ ਇਸ ਟਾਈਮ ਜੋ ਸਭ ਤੋਂ ਜ਼ਿਆਦਾ ਲੀਨੀਅੰਸੀ ਦਿਖਾ ਰਿਹਾ ਹੈਗਾ ਆਪਣੇ ਫੋਰਨ ਵਰਕਰਸ ਦੇ ਪ੍ਰਤੀ, ਸਟੂਡੈਂਟਸ ਦੇ ਪ੍ਰਤੀ, ਔਰ ਆਪਣੇ ਕਾਲਜ ਦੇ ਈਵਨ ਪ੍ਰਤੀ ਜੋ ਉਹਨਾਂ ਦਾ ਜੋ ਰਵੱਈਆ ਹੈ, ਜੋ ਨਜ਼ਰੀਆ ਹੈ, ਉਹ ਬਹੁਤ ਲੀਨੀਅੰਸੀ ਦੇ ਤਰੀਕੇ ਨਾਲ ਚੱਲ ਰਹੇ ਨੇ। ਸੋ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜੋ ਇਸ ਤੋਂ ਜੋ ਇਹ ਸਾਡੀ ਇੰਡਸਟਰੀ ਹੈ ਸਟੱਡੀਜ਼ ਦਾ, ਜੋ ਜਿਸ ਤਰ੍ਹਾਂ ਆਪਾਂ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ, ਸੋ ਇਟਸ ਅ ਬਿਗ ਰੈਵਨਿਊ ਜਨਰੇਟਰ ਫॉर ਕੈਨੇਡੀਅਨ ਇਕਨੋਮੀ। ਸੋ ਆਪਾਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇਹ ਕਹਾਂਗਾ ਕਿ ਜੋ ਹੀ ਇਹ ਚੀਜ਼ ਨਾਰਮਲ ਹੁੰਦੀ ਜਾਏਗੀ, ਇਟਸ ਵਿਲ ਬੀ ਵੈਰੀ ਪੋਜ਼ਿਟਿਵ ਫॉर ਦ ਸਟੱਡੀ ਸਟੂਡੈਂਟ ਇੰਡਸਟਰੀ ਜਾਂ ਸਟੂਡੈਂਟਸ, ਚਾਹੇ ਉਹ ਵਿਦਿਨ ਕੈਨੇਡਾ ਨੇ, ਚਾਹੇ ਉਹ ਆਊਟਸਾਈਡ ਕੈਨੇਡਾ ਨੇ। ਸੋ ਬਾਕੀ ਇਸ ਦੀ ਅਪਡੇਟਸ ਆਪਾਂ ਦਿੰਦੇ ਰਹਾਂਗੇ, ਲੇਕਿਨ ਇਹਦੇ ਕਿਸੇ ਵੀ ਤਰ੍ਹਾਂ ਦੀ ਅਪਡੇਟ ਕਰਨ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਐਂਡ ਔਰ ਹਮੇਸ਼ਾ ਅਸੀਂ ਕੋਸ਼ਿਸ਼ ਜਾਣ ਤੋਂ ਪਹਿਲਾਂ ਤੁਸੀਂ ਆਪਣਾ WhatsApp ਨੰਬਰ ਵੀ ਦੇ ਦਿਓ ਤੇ ਆਪਣਾ ਆਫਿਸ ਦਾ ਨੰਬਰ ਵੀ। ਆਫਿਸ ਦਾ ਨੰਬਰ ਹੈ 9052281600 ਔਰ ਮੇਰਾ ਖੁਦ ਦਾ WhatsApp ਨੰਬਰ ਹੈ 4164029102 ਇੰਡਸ ਕੈਨੇਡਾ ਇਮੀਗ੍ਰੇਸ਼ਨ ਤੋਂ। ਕਿਸੇ ਤਰ੍ਹਾਂ ਵੀ ਤੁਹਾਨੂੰ ਦੀ ਕੋਈ ਵੀ ਇਮੀਗ੍ਰੇਸ਼ਨ ਦੇ ਪ੍ਰਤੀ ਕੋਈ ਵੀ ਤੁਹਾਡਾ ਸਵਾਲ ਹੈ, ਇਨਕੁਆਇਰੀ ਹੈ, ਜ਼ਰੂਰ ਕਾਲ ਕਰੋ ਐਂਡ ਯੂ ਵਿਲ ਬੀ ਗਿਵਨ ਆਲ ਦਾ ਹੈਲਪ ਵਿਚ ਕੈਨ ਡੂ। ਧੰਨਵਾਦ। ਤੁਸੀਂ ਦੇਖ ਰਹੇ ਸੀ ਚਲੋ ਕੈਨੇਡਾ। ਚਲੋ ਕੈਨੇਡਾ ਦੇ ਵਿੱਚ ਹਰ ਵੀਕ ਤੁਹਾਡੇ ਲਈ ਨਵੀਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੁੰਦੇ ਆ। ਤੇ ਤੁਸੀਂ ਜਿੱਥੇ ਸਾਨੂੰ ਪੰਜਾਬ ਸਟਾਰ TV ਤੇ ਦੇਖਦੇ ਹੋ, ਇਸੇ ਤਰ੍ਹਾਂ ਸਾਨੂੰ ਤੁਸੀਂ YouTube ਚੈਨਲ ਪੰਜਾਬ ਸਟਾਰ TV ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ। ਉੱਥੇ ਜਿਹੜਾ ਬੈਲ ਆਈਕਨ ਦੱਬ ਕੇ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਤੇ ਇਹ ਸਾਰੇ ਜਿਹੜੇ ਟਿਪਸ ਨੇ ਤੁਸੀਂ YouTube ਤੇ ਵੀ ਦੇਖ ਸਕਦੇ ਹੋ। ਅਗਲੇ ਹਫਤੇ ਤੱਕ ਧੰਨਵਾਦ।